ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲ ਜੁਗ ਅੰਦਰ ਜੋਤ ਜਗਾਈ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਸੈ ਸਭ ਜਗ ਸਹਿਜ ਉਪਾਇਆ। ਤੀਨ ਭਵਨ ਇਕ ਜੋਤੀ। ਗੁਰਮੁਖ ਵਸਤ ਪ੍ਰਾਪਤ ਹੋਵੈ। ਚੁਣ ਲੈ ਮਾਣਕ ਮੋਤੀ। ਸਮਝੈ ਸੂਝੈ ਪੜ ਪੜ ਬੂਝੈ। ਅੰਤ ਨਿਰੰਤਰ ਸਾਚਾ। ਗੁਰਮੁਖ ਦੇਖੈ ਸਾਚ ਸੰਭਾਲੇ। ਬਿਨ ਸਾਚੇ ਜਗ ਕਾਚਾ। ਧਰੈ ਧਰਮ ਧਰੇ ਧਰਮਾਪੁਰ। ਗੁਣਕਾਰੀ ਮਨ ਧੀਰਾ। ਧਰੈ ਧੂਲ ਪੜੈ ਮੁਖ ਮਸਤਕ। ਕੰਚਨ ਭਏ ਮਨੂਰਾ। ਧਨ ਧਰਣੀ ਧਰ ਆਪ ਅਜੋਨੀ। ਤੋਲ ਬੋਲ ਸਚ ਪੂਰਾ। ਕਰਤੇ ਕੀਮਤ ਕਰਤਾ ਜਾਣੈ। ਕਹਿ ਜਾਣੈ ਗੁਰ ਸੂਰਾ। ਧਨ ਧਰਣੀ ਧਰ ਆਪ ਅਜੋਨੀ। ਤੋਲ ਬੋਲ ਸਚ ਪੂਰਾ। ਕਰਤੇ ਕੀਮਤ ਕਰਤਾ ਜਾਣੈ। ਕਹਿ ਜਾਣੈ ਗੁਰ ਸੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ,
ਵਡਭਾਗੇ ਹਾਂ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਪਾਵਨ ਗੁਰਬਾਣੀ ਦੀ ਲੜੀਵਾਰ ਚੱਲ ਰਹੀ ਵਿਚਾਰ ਨਾਲ ਸਾਂਝ ਪਾ ਕੇ ਮਨੁੱਖਾ ਜ਼ਿੰਦਗੀ ਦੇ ਇਸ ਸਮੇਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹਾਂ। ਵਿਚਾਰ ਅਧੀਨ ਗੁਰਬਾਣੀ ਦੇ ਜਿਨ੍ਹਾਂ ਅੰਮ੍ਰਿਤ ਬਚਨਾਂ ਦਾ ਪਾਠ ਆਪ ਜੀ ਸ਼ਰਵਣ ਕਰ ਰਹੇ ਸੀ, ਪਹਿਲੇ ਪਾਤਸ਼ਾਹ ਜਗਤ ਤਾਰਕ ਜਗਤ ਉਧਾਰਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤਿੰਨਾਂ ਦੇ ਰਸਨਾ ਤੋਂ ਉਚਾਰੇ ਹੋਏ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 930 ਉੱਪਰ ਦਰਜ ਹਨ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਰਾਮਕਲੀ ਰਾਗ ਵਿੱਚ ਉਚਾਰੀ ਹੋਈ ਪਾਵਨ ਬਾਣੀ, ਜਿਸ ਨੂੰ ਕਿ ਸਤਿਗੁਰੂ ਜੀ ਨੇ ਓਅੰਕਾਰ ਦਾ ਸਿਰਲੇਖ ਦਿੱਤਾ ਹੈ। ਇਸ ਬਾਣੀ ਦੀ ਆਰੰਭਤਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਕੀਤੀ ਸੀ। ਓਅੰਕਾਰ ਪਾਵਨ ਬਾਣੀ ਦਾ ਸਿਰਲੇਖ ਇਸ ਪਾਵਨ ਬਾਣੀ ਦੀਆਂ ਰਹਾਉ ਦੀਆਂ ਤੁਕਾਂ ਅਤੇ ਜੋ ਸਤਿਗੁਰੂ ਜੀ ਨੇ ਪਹਿਲਾ ਪਦਾ ਉਚਾਰਨ ਕੀਤਾ ਹੈ ਉਹਦੀ ਵਿਚਾਰ ਪਿਛਲੇ ਦੀਵਾਨਾਂ ਦੇ ਵਿੱਚ ਸਾਂਝੀ ਹੋ ਚੁੱਕੀ ਹੈ। ਆਓ ਉਸ ਤੋਂ ਅਗਲੇ ਜਿਹੜੇ ਦੋ ਪਦੇ ਹਨ, ਭਾਵ ਕਿ ਇਸ ਪਾਵਨ ਬਾਣੀ ਦਾ ਦੂਸਰਾ ਔਰ ਤੀਸਰਾ ਪਦਾ, ਅੱਜ ਦੇ ਇਸ ਦੀਵਾਨ ਵਿੱਚ ਇਹਨਾਂ ਨੂੰ ਆਪਾਂ ਵਾਚਨ ਸਮਝਣ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਮੁੱਖ ਤੌਰ ਤੇ ਓਅੰਕਾਰ ਬਾਣੀ ਵਿੱਚ ਇੱਕ ਓਅੰਕਾਰ ਦੀ ਨਿਰੰਕਾਰ ਪਰਮੇਸ਼ਵਰ ਅਕਾਲ ਪੁਰਖ ਦੀ ਗੱਲ ਕੀਤੀ ਹੈ। ਜਿਵੇਂ ਕਿ ਆਪਾਂ ਪਿਛਲੇ ਦੀਵਾਨਾਂ ਵਿੱਚ ਸਮਝਿਆ ਸੀ ਕਿ ਸਤਿਗੁਰੂ ਜੀ ਨੇ ਸ਼੍ਰੀ ਲੰਕਾ ਤੋਂ ਜਦੋਂ ਵਾਪਸ ਆ ਰਹੇ ਸਨ, ਓਅੰਕਾਰ ਦਾ ਇੱਕ ਮੰਦਰ ਬਣਿਆ ਹੋਇਆ ਗੁਰੂ ਪਾਤਸ਼ਾਹ ਜੀ ਨੇ ਵੇਖਿਆ। ਇਸ ਮੰਦਰ ਵਿੱਚ ਮਹਾਰਾਜ ਜੀ ਗਏ, ਕਿਉਂਕਿ ਸਤਿਗੁਰੂ ਹਰੇਕ ਧਾਰਮਿਕ ਸਥਾਨ ਤੇ ਪਹੁੰਚੇ ਹਨ ਔਰ ਉੱਥੇ ਜਾਣ ਦਾ ਗੁਰੂ ਸਾਹਿਬ ਦਾ ਮਕਸਦ ਹੁੰਦਾ ਸੀ ਲੋਕਾਂ ਨੂੰ ਉਪਦੇਸ਼ ਦੇਣਾ, ਜ਼ਿੰਦਗੀ 'ਚ ਕਮਾਉਣ ਵਾਸਤੇ ਸਿੱਖਿਆ ਬਖਸ਼ਿਸ਼ ਕਰਨੀ। ਕਿਸੇ ਦਾ ਮਜ਼ਾਕ ਉਡਾਉਣਾ ਜਾਂ ਨਿੰਦਿਆ ਕਰਨੀ ਜਾਂ ਮਾੜਾ ਕਹਿਣਾ, ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਕਦੇ ਵੀ ਮਕਸਦ ਨਹੀਂ। ਹੁਣ ਮਹਾਰਾਜ ਜੀ ਨੇ ਇਹ ਜਾਣਿਆ ਕਿ ਓਅੰਕਾਰ ਦਾ ਮੰਦਰ ਹੈ, ਪਰ ਅੰਦਰਲੇ ਪਾਸੇ ਇੱਥੇ ਮੂਰਤੀਆਂ ਪੂਜੀਆਂ ਜਾ ਰਹੀਆਂ ਨੇ। ਹੁਣ ਕੋਈ ਮੂਰਤੀ ਤਾਂ ਓਅੰਕਾਰ ਨਹੀਂ ਹੋ ਸਕੇਗੀ, ਕਿਉਂਕਿ ਓਅੰਕਾਰ ਉਸ ਨੂੰ ਕਹਿੰਦੇ ਹਨ ਜਿਹੜਾ ਕੁੱਲ ਬ੍ਰਹਿਮੰਡ ਵਿੱਚ, ਕੁੱਲ ਸੰਸਾਰ ਦੇ ਵਿੱਚ ਵਸਿਆ ਹੋਇਆ ਹੈ। ਕੁੱਲ ਕਾਇਨਾਤ ਵਿੱਚ ਵਸੇ ਹੋਏ ਨੂੰ ਹੀ ਓਅੰਕਾਰ ਕਿਹਾ ਜਾਂਦਾ ਹੈ। ਤਾਂ ਕਰਕੇ ਮਹਾਰਾਜ ਜੀ ਨੇ ਫਿਰ ਉੱਥੋਂ ਦਾ ਜਿਹੜਾ ਪੁਜਾਰੀ ਕਹਿ ਲਓ, ਪੰਡਿਤ ਸੀ, ਉਹਦੇ ਨਾਲ ਮਹਾਰਾਜ ਜੀ ਨੇ ਵਾਰਤਾਲਾਪ ਕੀਤੀ ਹੈ। ਹੋਰ ਵੀ ਸੈਂਕੜੇ ਲੋਕ ਉੱਥੇ ਮੌਜੂਦ ਹਨ। ਉੱਥੇ ਚਰਚਾ ਚੱਲ ਪਈ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਓਅੰਕਾਰ ਕੌਣ ਹੈ। ਸਿਰਫ ਮੰਦਰ ਦਾ ਨਾਮ ਰੱਖ ਲਿਆ ਕਿ ਓਅੰਕਾਰ, ਤੇ ਮੰਨਿਆ ਤੁਸੀਂ ਕਿਸੇ ਮੂਰਤੀ ਨੂੰ, ਤੇ ਫਿਰ ਓਅੰਕਾਰ ਦੀ ਪੂਜਾ ਥੋੜਾ ਹੋਏਗੀ।
ਤਾਂ ਮਹਾਰਾਜ ਜੀ ਨੇ ਰਹਾਉ ਦੀਆਂ ਤੁਕਾਂ ਵਿੱਚ ਇਹ ਬਚਨ ਕਹੇ ਸਨ ਜੋ ਆਪਾਂ ਪਿੱਛੇ ਵਾਚੇ ਸੀ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇਹ ਪੰਡਿਤ ਜੀ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਇਹ ਜੰਜਾਲ ਦੇ ਵਿੱਚ ਪਾਉਣ ਵਾਲੀਆਂ ਹਨ, ਭੁਲੇਖਿਆਂ 'ਚ ਪਾਉਣ ਵਾਲੀਆਂ ਹਨ। ਜੇ ਕੁਝ ਲਿਖਣਾ ਹੀ ਹੈ ਤੇ ਪਰਮੇਸ਼ਰ ਦਾ ਨਾਮ ਲਿਖੋ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਗੁਰੂ ਦੀ ਸਿੱਖਿਆ ਤੇ ਚੱਲ ਕੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਨਾਮ ਲਿਖੋ, ਉਹਦੇ ਨਾਮ ਦੇ ਨਾਲ ਤੁਸੀਂ ਜੁੜੋ। ਖੈਰ ਮਹਾਰਾਜ ਹੁਣ ਦੂਸਰੇ ਪੱਦੇ ਵਿੱਚ ਫਿਰ ਅੱਗੇ ਵਿਚਾਰ ਸਮਝਾ ਰਹੇ ਨੇ। ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ। ਪੁਰਾਤਨ ਸਮੇਂ ਦੇ ਵਿੱਚ ਜਦੋਂ ਕੋਈ ਪਾਂਧਾ ਵਿਦਿਆਰਥੀਆਂ ਨੂੰ ਪੱਟੀ ਪੜ੍ਹਾਇਆ ਕਰਦਾ ਸੀ, ਜਿਹਨੂੰ ਆਪਾਂ ਫੱਟੀ ਕਹਿੰਦੇ ਹਾਂ, ਜਦੋਂ ਬੱਚੇ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਜਾਂਦੇ ਸਨ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੱਟੀ ਲਿਖਾਈ ਜਾਂਦੀ ਸੀ। ਲੱਕੜ ਦੀ ਬਣੀ ਹੋਈ ਫੱਟੀ ਜਿਹਦੇ ਉੱਪਰ ਪਾਂਧਾ ਪੂਰਨੇ ਪਾ ਕੇ ਦਿੰਦਾ ਸੀ। ਵਿਦਿਆਰਥੀ ਨੇ ਫਿਰ ਕਲਮ ਲੈ ਕੇ ਸਿਆਹੀ ਦੇ ਵਿੱਚ ਡੁਬੋ ਕੇ ਤੇ ਫੱਟੀ ਦੇ ਉੱਪਰ ਊੜਾ ਐੜਾ ਲਿਖਣਾ। ਤੇ ਜਦੋਂ ਕੋਈ ਵਿਦਿਆਰਥੀ ਪਹਿਲੀ ਦਫਾ ਕਹਿ ਲਓ ਪਾਠਸ਼ਾਲਾ ਦੇ ਵਿੱਚ ਪੜ੍ਹਨ ਪਹੁੰਚਦਾ ਸੀ ਤਾਂ ਉਹਦੀ ਫੱਟੀ ਲੈ ਕੇ ਪਾਂਧਾ ਜਿਹੜਾ ਸੀ ਆਪ ਆਪਣੇ ਵੱਲੋਂ ਇੱਕ ਸ਼ਬਦ ਲਿਖਦਾ ਸੀ, ਸਿਧੰਗਾਏ। ਇਹਦਾ ਅਰਥ ਬਣਦਾ ਤੈਨੂੰ ਸਿੱਧੀ ਦੀ ਪ੍ਰਾਪਤੀ ਹੋਵੇ। ਬੱਚਾ ਜਿਹੜਾ ਪਹਿਲੇ ਦਿਨ ਸਕੂਲ ਵਿੱਚ ਪੜ੍ਹਨ ਵਾਸਤੇ, ਪਾਠਸ਼ਾਲਾ ਵਿੱਚ ਪੜ੍ਹਨ ਵਾਸਤੇ ਪਹੁੰਚੇ, ਮੰਨ ਲਓ ਕਿ ਉਹਦੇ ਅਧਿਆਪਕ ਵੱਲੋਂ, ਪੜ੍ਹਾਉਣ ਵਾਲੇ ਵੱਲੋਂ ਉਹਨੂੰ ਇਹ ਅਸੀਸ ਦਿੱਤੀ ਜਾਂਦੀ ਸੀ ਕਿ ਸਿਧੰਗਾਏ। ਸਿੱਧ ਕਹਿੰਦੇ ਨੇ ਕਾਮਯਾਬ ਹੋਣਾ। ਸਿਧੰਗਾਏ ਦਾ ਅਰਥ ਹੋ ਗਿਆ ਤੈਨੂੰ ਕਾਮਯਾਬੀ ਪ੍ਰਾਪਤ ਹੋਵੇ। ਤੂੰ ਅੱਜ ਪੜ੍ਹਨ ਵਾਸਤੇ ਪਹੁੰਚੇ, ਤੂੰ ਆਪਣੀ ਵਿੱਦਿਆ ਵਿੱਚ, ਪੜ੍ਹਾਈ ਦੇ ਵਿੱਚ ਕਾਮਯਾਬ ਹੋਵੇਂ, ਇਹ ਅਸੀਸ ਹੁੰਦੀ ਸੀ। ਮਹਾਰਾਜ ਨੇ ਜਦੋਂ ਇਹ ਬਾਣੀ ਹੁਣ ਉਚਾਰਨ ਕੀਤੀ ਹੈ ਤੇ ਗੁਰੂ ਸਾਹਿਬ ਨੇ ਉਹੀ ਅੱਖਰ ਆਰੰਭ ਦੇ ਵਿੱਚ ਲਿਖੇ ਹਨ, ਕਿਉਂਕਿ ਇੱਥੇ ਵੀ ਮਹਾਰਾਜ ਜੀ ਭਾਸ਼ਾ ਦੇ ਅੱਖਰਾਂ ਦੀ ਵਰਤੋਂ ਪਹਿਲਾਂ ਕਰ ਰਹੇ ਨੇ। ਸਿਧੰ ਆਏ ਲਿਖਣ ਲੱਗਿਆਂ ਸਭ ਤੋਂ ਪਹਿਲਾਂ ਸੱਸਾ ਲਿਖਿਆ ਜਾਏਗਾ। ਮਹਾਰਾਜ ਜੀ ਨੇ ਦੂਜੇ ਪਦੇ ਵਿੱਚ ਸੱਸੇ ਦੀ ਵਰਤੋਂ ਕੀਤੀ ਹੈ ਕਿ ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਸਿਧੰ ਆਇਆਂ ਦੇ ਵਿੱਚ ਸੱਸੇ ਤੋਂ ਬਾਅਦ ਦੂਜਾ ਸ਼ਬਦ ਆਏਗਾ ਧੱਦਾ, ਤੇ ਮਹਾਰਾਜ ਨੇ ਤੀਜੇ ਪਦੇ ਵਿੱਚ ਧੱਦਾ ਸ਼ਬਦ ਵਰਤੇ। ਧੱਦੈ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ। ਉਹ ਤੋਂ ਬਾਅਦ ਗੰਗਾ ਸ਼ਬਦ ਆਏਗਾ, ਗਿਆਨ ਗਵਾਇਆ ਦੂਜਾ ਭਾਇਆ, ਗਰਭ ਗਲੇ ਬਿਖ ਖਾਇਆ। ਇਸ ਤਰ੍ਹਾਂ ਮਹਾਰਾਜ ਜੀ ਨੇ ਜਿਵੇਂ ਇੱਕ ਪਾਂਧਾ ਆਪਣੇ ਵਿਦਿਆਰਥੀ ਨੂੰ ਸਮਝਾਉਂਦਾ ਹੈ ਤੇ ਸਭ ਤੋਂ ਪਹਿਲੇ ਨੰਬਰ ਤੇ ਉਹਨੂੰ ਅਸੀਸ ਦਿੰਦਾ ਹੈ ਕਿ ਤੈਨੂੰ ਕਾਮਯਾਬੀ ਪ੍ਰਾਪਤ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਉਹਨਾਂ ਹੀ ਅੱਖਰਾਂ ਦੀ ਵਰਤੋਂ ਕਰਕੇ ਆਰੰਭ ਦੇ ਵਿੱਚ ਇਹ ਬਾਣੀ ਲਿਖੀ। ਖੈਰ ਹਜ਼ੂਰ ਦਾ ਬਚਨ ਹੈ, ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਸੱਸੇ ਅੱਖਰ ਤੋਂ ਮਹਾਰਾਜ ਸਮਝਾਉਂਦੇ ਨੇ ਸਭ ਜਗ। ਸਭ ਜਗ ਦਾ ਭਾਵ ਹੈ ਸਾਰੀ ਦੁਨੀਆ, ਕੁੱਲ ਸੰਸਾਰ। ਸਹਿਜ ਉਪਾਇਆ, ਬੜੇ ਸਹਿਜ ਵਿੱਚ, ਬੜੇ ਟਿਕਾ ਦੇ ਨਾਲ ਉਹਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਪੈਦਾ ਕੀਤਾ ਹੈ। ਤੀਨ ਭਵਨ, ਤਿੰਨ ਭਵਨ ਦਾ ਮਤਲਬ ਜਿਨ੍ਹਾਂ ਨੂੰ ਲੋਕ ਤਿੰਨ ਲੋਕ ਕਹਿੰਦੇ ਹਨ, ਆਕਾਸ਼ ਲੋਕ, ਪਾਤਾਲ ਲੋਕ ਤੇ ਮਾਤ ਲੋਕ। ਇਹਦਾ ਭਾਵ ਅਰਥ ਬਣੇਗਾ ਕੁੱਲ ਸੰਸਾਰ। ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ, ਨਾਲ ਸ਼ਬਦ ਵਰਤਿਆ ਇੱਕ ਜੋਤੀ। ਇੱਕ ਜੋਤੀ ਦਾ ਮਤਲਬ ਹੈ ਇੱਕ ਹੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਵਰਤ ਰਹੀ ਹੈ।
ਐ ਪੰਡਤ ਜੀ, ਤੁਸੀਂ ਕਹਿੰਦੇ ਹੋ ਅਸੀਂ ਓੰਕਾਰ ਦੀ ਪੂਜਾ ਕਰਦੇ ਹਾਂ, ਜਦ ਕਿ ਤੁਸੀਂ ਲੋਕ ਇੱਕ ਮੂਰਤੀ ਦੀ ਪੂਜਾ ਕਰ ਰਹੇ ਹੋ। ਜਿਹੜੇ ਓੰਕਾਰ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਓੰਕਾਰ ਤੁਹਾਡੇ ਓੰਕਾਰ ਦੀ ਤਰ੍ਹਾਂ ਛੋਟਾ ਨਹੀਂ ਹੈ। ਤੁਸੀਂ ਤਾਂ ਆਪ ਕਿਸੇ ਨੇ ਆਪਣੇ ਹੱਥਾਂ ਦੇ ਨਾਲ ਮਿੱਟੀ ਗੁੰਨ ਲਈ, ਇੱਕ ਬੁੱਤ ਤਿਆਰ ਕਰ ਲਿਆ, ਆਪ ਹੀ ਆਪਣੇ ਹੱਥੀਂ ਬੁੱਤ ਤਿਆਰ ਕੀਤਾ ਤੇ ਆਪ ਹੀ ਕਹਿ ਦਿੱਤਾ ਕਿ ਇਹ ਮੇਰਾ ਦੇਵਤਾ ਹੈ, ਇਹਦੀ ਮੈਂ ਪੂਜਾ ਕਰਨੀ। ਹਜ਼ੂਰ ਕਹਿਣ ਲੱਗੇ, ਜਿਹੜੇ ਓੰਕਾਰ ਦੀ ਗੱਲ ਅਸੀਂ ਸੰਸਾਰ ਨੂੰ ਸਿਖਾ ਰਹੇ ਹਾਂ, ਉਹ ਕਿਸੇ ਬੁੱਤ ਵਿੱਚ, ਕਿਸੇ ਮੂਰਤੀ ਵਿੱਚ ਜਾਂ ਕਿਸੇ ਇੱਕ ਟਿਕਾਣੇ ਤੇ ਵਸਿਆ ਹੋਇਆ ਨਹੀਂ ਹੈ। ਉਹਦੀ ਜੋਤ ਤਾਂ ਕੁੱਲ ਸੰਸਾਰ ਦੇ ਵਿੱਚ ਵਸੀ ਹੋਈ ਹੈ। ਬਿਲਕੁਲ ਆਹੀ ਵਚਨ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥਪੁਰੀ ਦੇ ਵਿੱਚ ਜਾ ਕੇ ਸਮਝਾਏ ਸੀ, ਕਿਉਂਕਿ ਸਤਿਗੁਰੂ ਨੇ ਯਾਤਰਾਵਾਂ ਬਹੁਤ ਲੰਮੀਆਂ ਲੰਮੀਆਂ ਕੀਤੀਆਂ ਹਨ ਤੇ ਕੋਈ ਵੀ ਸਥਾਨ ਮਹਾਰਾਜ ਜੀ ਨੇ ਛੱਡਿਆ ਨਹੀਂ। ਜਿੰਨੇ ਵੀ ਧਾਰਮਿਕ ਸਥਾਨ ਕਹੇ ਜਾਂਦੇ ਸੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਸਾਰਿਆਂ ਥਾਵਾਂ ਤੇ ਪਹੁੰਚੇ ਨੇ। ਹੁਣ ਜਗਨਨਾਥਪੁਰੀ ਵੀ ਬੜਾ ਵੱਡਾ ਧਾਰਮਿਕ ਸਥਾਨ ਸੀ। ਇੱਕ ਉਹ ਨਗਰ ਜਿਹਦੇ ਵਿੱਚ ਲੋਕ ਕਹਿੰਦੇ ਸਨ ਅਸੀਂ ਜਗਨਨਾਥ ਦੀ ਪੂਜਾ ਕਰ ਰਹੇ ਹਾਂ, ਇੱਕ ਵੱਡੀ ਸਾਰੀ ਮੂਰਤੀ ਬਣਾ ਕੇ ਉਹਦੀ ਫਿਰ ਆਰਤੀ ਉਤਾਰਨੀ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਸ਼ਬਦ ਉੱਥੇ ਹੀ ਉਚਾਰਨ ਕੀਤਾ ਸੀ। ਤੇ ਇਸ ਸ਼ਬਦ ਵਿੱਚ ਮਹਾਰਾਜ ਜੀ ਨੇ ਅਗਾਂਹ ਜਾ ਕੇ ਇਹ ਤੁਕਾਂ ਉਚਾਰਨ ਕੀਤੀਆਂ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਤੀਨ ਭਵਨ ਇੱਕ ਜੋਤੀ। ਤਿੰਨਾਂ ਭਵਨਾਂ ਦੇ ਲੋਕਾਂ ਦੇ ਵਿੱਚ ਜੋਤ ਇੱਕ ਨਿਰੰਕਾਰ ਦੀ ਵਸੀ ਹੋਈ। ਹਾਂ, ਸਰੀਰ ਅਲੱਗ-ਅਲੱਗ ਦਿਸਣਗੇ, ਲੋਕਾਂ ਦੀਆਂ ਬੋਲੀਆਂ ਵੱਖ-ਵੱਖ ਹੋਣਗੀਆਂ, ਸੱਭਿਆਚਾਰ ਅਲੱਗ-ਅਲੱਗ ਹੋ ਸਕਦੇ ਨੇ, ਉਹਨਾਂ ਦੇ ਉੱਠਣ ਬੈਠਣ ਦਾ ਢੰਗ ਤਰੀਕਾ ਅਲੱਗ ਹੋਏਗਾ, ਪਰ ਹਜ਼ੂਰ ਦਾ ਵਾਕ ਹੈ ਇੱਕ ਜੋਤ ਸਾਰਿਆਂ ਨੂੰ ਚਲਾ ਰਹੀ ਹੈ। ਇਹਨਾਂ ਨੂੰ ਪੈਦਾ ਕਰਨ ਵਾਲਾ, ਇਹਨਾਂ ਨੂੰ ਸੰਭਾਲਣ ਵਾਲਾ, ਪਾਲਣ ਵਾਲਾ ਉਹ ਕੇਵਲ ਇੱਕ ਓੰਕਾਰ ਹੈ। ਸਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਤਿੰਨਾਂ ਭਵਨਾਂ ਵਿੱਚ ਇੱਕ ਜੋਤ ਹੈ। ਨਾਲ ਅਗਲਾ ਵਚਨ ਕਿਹਾ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ। ਗੁਰੂ ਦੀ ਸਿੱਖਿਆ ਤੇ ਚੱਲ ਕੇ ਤੈਨੂੰ ਅਸਲ ਵਸਤੂ ਦੀ ਦਾਤ ਮਿਲੇਗੀ। ਉਹ ਅਸਲ ਵਸਤੂ ਕਿਹੜੀ ਹੈ? ਪਰਮੇਸ਼ਰ ਦਾ ਨਾਮ ਜਿਹੜਾ ਅੰਦਰ ਹੀ ਵਸਿਆ ਹੋਏ। ਹਜ਼ੂਰ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ, ਪੰਡਤ ਜੀ ਜੋਤ ਤੁਹਾਡੇ ਵਿੱਚ ਵੀ ਹੈ, ਜੋਤ ਸਾਡੇ ਵਿੱਚ ਵੀ ਹੈ, ਜੋਤ ਉਹਨਾਂ ਦੇ ਵਿੱਚ ਵੀ ਹੈ ਜਿਨ੍ਹਾਂ ਨੂੰ ਤੁਸੀਂ ਸ਼ੂਦਰ, ਮਾੜਾ ਤੇ ਨੀਚ ਕਹਿੰਦੇ ਹੋ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਵੱਡੀ ਕਮਾਲ ਦੀ ਸੋਚ ਸੀ ਕਿ ਉਹਨਾਂ ਨੇ ਸਾਰਿਆਂ ਦੇ ਵਿੱਚ ਇੱਕ ਜੋਤ ਨੂੰ ਵੇਖਿਆ ਹੈ ਤੇ ਪ੍ਰਚਾਰ ਵੀ ਮਹਾਰਾਜ ਜੀ ਨੇ ਇਸੇ ਗੱਲ ਦਾ ਕੀਤਾ ਹੈ। ਜਦੋਂ ਭਾਈ ਗੁਰਦਾਸ ਜੀ ਨੇ ਗੱਲ ਕਹੀ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਹੁਣ ਉਹਦੇ ਭਾਵ ਅਰਥਾਂ ਦੀ ਵੀ ਤੇ ਸਾਨੂੰ ਸਮਝਣ ਦੀ ਲੋੜ ਪਏਗੀ। ਗਾ ਸਾਰਿਆਂ ਨੇ ਲਿਆ, ਸੁਣ ਸਾਰਿਆਂ ਨੇ ਲਿਆ, ਰੋਜ਼ ਹੀ ਪੜ੍ਹਿਆ ਗਿਆ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਪਰ ਉਹ ਕਿਹੜੀ ਧੁੰਦ ਸੀ ਜਿਹੜੀ ਮਹਾਰਾਜ ਨੇ ਮਿਟਾਈ ਸੀ? ਉਹ ਕਿਹੜਾ ਹਨੇਰਾ ਸੀ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਬਾਅਦ ਮੁੱਕਿਆ? ਕਾਸ਼ ਉਧਰਲੇ ਪਾਸੇ ਵੀ ਕਦੇ ਸਾਡਾ ਧਿਆਨ ਜਾਂਦਾ ਤੇ ਕੋਈ ਖੇਡ ਬਣਦੀ, ਪਰ ਉਧਰਲੇ ਪਾਸੇ ਕਿਸੇ ਦਾ ਧਿਆਨ ਨਹੀਂ ਹੈ। ਆ ਕਿੰਨਾ ਵੱਡਾ ਹਨੇਰਾ ਪਸਰਿਆ ਹੋਇਆ ਸੀ। ਲੋਕ ਜਾਤਾਂ ਦੇ ਨਾਮ ਤੇ, ਧਰਮਾਂ ਦੇ ਨਾਮ ਤੇ ਝਗੜਾ ਖੜਾ ਕਰੀ ਬੈਠੇ ਸੀ। ਕਿਸੇ ਨੂੰ ਬ੍ਰਾਹਮਣ ਕਹਿ ਕੇ ਵੱਡਾ ਕਿਹਾ ਗਿਆ ਤੇ ਕਿਸੇ ਨੂੰ ਸ਼ੂਦਰ ਕਹਿ ਕੇ ਦੁਰਕਾਰ ਦਿੱਤਾ ਗਿਆ। ਭਗਤ ਨਾਮਦੇਵ ਜੀ ਵਰਗਿਆਂ ਨੂੰ ਮੰਦਰਾਂ ਚੋਂ ਧੱਕੇ ਮਾਰੇ ਗਏ। ਹਨੇਰੇ ਸੀ ਸਮਾਜ ਵਿੱਚ, ਹੋ ਰਹੇ ਕੀ ਸੀ? ਕਿਸੇ ਨੂੰ ਕਹਿ ਦਿੱਤਾ ਗਿਆ ਤੈਨੂੰ ਪੜ੍ਹਨ ਦਾ ਹੱਕ ਨਹੀਂ, ਵਿੱਦਿਆ ਲੈਣ ਦਾ ਹੱਕ ਨਹੀਂ, ਮੰਦਰ ਚ ਆਉਣ ਦਾ ਹੱਕ ਨਹੀਂ। ਭਾਈ ਲਾਲੋ ਵਰਗਿਆਂ ਨੂੰ ਦੁਰਕਾਰਿਆ ਤੇ ਫਿਟਕਾਰਿਆ ਜਾ ਰਿਹਾ ਸੀ।
ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਨ ਜਿਨ੍ਹਾਂ ਨੇ ਕਿਹਾ ਸੀ ਜਿਹੜੀ ਜੋਤ ਬਾਕੀਆਂ ਦੇ ਵਿੱਚ ਹੈ ਉਹ ਭਾਈ ਲਾਲੋ ਦੇ ਵਿੱਚ ਵੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਨਾ। ਮਲਕ ਭਾਗੋ ਦੇ ਮਾਲ ਪੂੜੇ ਖਾਣ ਵਾਲੇ ਤਾਂ ਬਥੇਰੇ ਸਨ, ਭਾਈ ਲਾਲੋ ਦੀਆਂ ਸੁੱਕੀਆਂ ਕੋਧਰੇ ਦੀਆਂ ਰੋਟੀਆਂ ਧੰਨ ਗੁਰੂ ਨਾਨਕ ਸਾਹਿਬ ਨੇ ਖਾਧੀਆਂ ਨੇ। ਉਹਦੀ ਇਮਾਨਦਾਰੀ ਕਰਕੇ, ਉਹਦੇ ਉੱਚੇ ਸੁੱਚੇ ਜੀਵਨ ਕਰਕੇ, ਉਹਦੀ ਹੱਕ ਦੀ ਕਮਾਈ ਕਰਕੇ ਜੋਤ ਉਹਦੇ ਵਿੱਚ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪਰਮੇਸ਼ਵਰ ਅਕਾਲ ਪੁਰਖ ਦੀ ਜਾਣੀ, ਤਾਂ ਹੀ ਤੇ ਸਤਿਗੁਰੂ ਘਰ ਵਿੱਚ ਜਾ ਕੇ ਆ ਬੈਠੇ। ਨਹੀਂ ਤੇ ਭਾਈ ਲਾਲੋ ਦੇ ਘਰ ਵਿੱਚ ਅੱਜ ਤੱਕ ਕਿਸੇ ਹੋਰ ਨੇ, ਕਿਸੇ ਸਾਧੂ ਨੇ, ਕਿਸੇ ਸੰਤ ਨੇ, ਕਿਸੇ ਮਹਾਤਮਾ ਨੇ ਜਾ ਕੇ ਪ੍ਰਸ਼ਾਦਾ ਨਹੀਂ ਸੀ ਛਕਿਆ। ਕਾਹਦੇ ਲਈ? ਇਹ ਸ਼ੂਦਰ ਹੈ, ਇਹ ਨੀਚ ਹੈ। ਜਿਹੜੇ ਭਾਂਡਿਆਂ ਦੇ ਵਿੱਚੋਂ ਨੀਚ ਰੋਟੀ ਖਾਂਦਾ ਉਸ ਭਾਂਡੇ ਵਿੱਚ ਉੱਚੀ ਜਾਤ ਵਾਲਾ ਥੋੜਾ ਖਾ ਸਕਦਾ ਹੈ। ਜਿਹੜੇ ਚੁੱਲ੍ਹੇ ਤੇ ਸ਼ੂਦਰ ਦੀ ਰੋਟੀ ਤਿਆਰ ਹੁੰਦੀ ਹੈ ਦੂਜੇ ਦੀ ਥੋੜਾ ਤਿਆਰ ਹੋਏਗੀ। ਮਹਾਰਾਜ ਗੁਰੂ ਨਾਨਕ ਸਾਹਿਬ ਜਦੋਂ ਗਏ, ਪਹਿਲੀ ਗੱਲ ਤੇ ਆਪ ਹੀ ਮਹਾਰਾਜ ਨੇ ਦਰਵਾਜ਼ਾ ਖੜਕਾਇਆ ਸੀ ਭਾਈ ਲਾਲੋ ਦਾ। ਮਲਕ ਭਾਗੋ ਤੇ ਆਵਾਜ਼ਾਂ ਮਾਰਦਾ ਰਿਹਾ ਤੇ ਮਹਾਰਾਜ ਗਏ ਨਹੀਂ, ਆਪ ਚੱਲ ਕੇ ਗਏ ਭਾਈ ਲਾਲੋ ਦੇ ਘਰ। ਉੱਥੇ ਕੀਰਤਨ ਕੀਤਾ ਗੁਰੂ ਸਾਹਿਬ ਨੇ। ਭਾਈ ਲਾਲੋ ਤੇ ਉਹਦਾ ਪਰਿਵਾਰ ਬਹੁਤ ਮਾਣ ਮਹਿਸੂਸ ਕਰ ਰਹੇ ਸਨ, ਅੱਜ ਕੋਈ ਆਪ ਚੱਲ ਕੇ ਸਾਡੇ ਘਰ ਵਿੱਚ ਪਹੁੰਚਿਆ ਹੈ। ਜਦੋਂ ਉਹਨਾਂ ਨੇ ਮਹਿਸੂਸ ਕੀਤਾ ਵੀ ਮਹਾਰਾਜ ਬੜੇ ਪਹੁੰਚੇ ਹੋਏ ਨੇ, ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਬੈਠੋ, ਮੈਂ ਥੋੜਾ ਜਿਹਾ ਮਿੱਟੀ ਦੀ ਲੋੜ ਹੈ ਤੇ ਲੈ ਕੇ ਆਵਾਂ। ਮਹਾਰਾਜ ਕਹਿਣ ਲੱਗੇ ਮਿੱਟੀ ਕਾਹਦੇ ਵਾਸਤੇ ਚਾਹੀਦੀ ਹੈ? ਕਹਿੰਦੇ ਜੀ ਚੁੱਲ੍ਹਾ ਤਿਆਰ ਕਰਨਾ ਪਏਗਾ। ਹਜ਼ੂਰ ਕਹਿਣ ਲੱਗੇ ਚੁੱਲ੍ਹਾ ਕਾਹਦੇ ਲਈ ਤਿਆਰ ਕਰਨਾ ਪਏਗਾ? ਕੀ ਪਹਿਲਾਂ ਤੁਹਾਡੇ ਘਰ ਵਿੱਚ ਚੁੱਲ੍ਹਾ ਨਹੀਂ? ਕਹਿੰਦੇ ਜੀ ਚੁੱਲ੍ਹਾ ਤੇ ਹੈ ਪ੍ਰਸ਼ਾਦਾ ਪਾਣੀ ਬਣਾਉਣ ਲਈ, ਪਰ ਤੁਹਾਡੇ ਲਈ ਤਾਂ ਵੱਖਰਾ ਬਣਾਉਣਾ ਪਏਗਾ। ਅਸੀਂ ਸ਼ਾਸਤਰਾਂ ਦੇ ਮੁਤਾਬਕ ਨੀਚ ਹਾਂ, ਸ਼ੂਦਰ ਹਾਂ, ਸਾਡੇ ਚੁੱਲ੍ਹੇ ਤੇ ਤੁਹਾਡੀ ਰੋਟੀ ਥੋੜਾ ਤਿਆਰ ਹੋਏਗੀ। ਮਹਾਰਾਜ ਹੱਸ ਕੇ ਕਹਿਣ ਲੱਗੇ ਭਾਈ ਲਾਲੋ ਸਾਰੀ ਧਰਤੀ ਹੀ ਸਾਡਾ ਚੁੱਲ੍ਹਾ ਹੈ, ਜਿਹੜੇ ਥਾਂ ਤੇ ਮਨ ਕਰੇਗਾ ਉੱਥੇ ਬਹਿ ਕੇ ਪ੍ਰਸ਼ਾਦਾ ਛਕ ਲਵਾਂਗੇ। ਅਸੀਂ ਇਹ ਥੋੜਾ ਵੇਖਣਾ ਵੀ ਘਰ ਬ੍ਰਾਹਮਣ ਦਾ ਹੈ, ਖੱਤਰੀ ਦਾ ਹੈ, ਸ਼ੂਦਰ ਦਾ ਹੈ ਕਿ ਵੈਸ਼ ਦਾ ਹੈ। ਸਾਡੇ ਲਈ ਸਾਰੇ ਇੱਕ ਨੇ, ਕਿਉਂਕਿ ਸਾਰਿਆਂ ਦੇ ਅੰਦਰ ਪਰਮਾਤਮਾ ਦੀ ਜੋਤ ਵਸੀ ਹੋਈ ਹੈ। ਮਹਾਰਾਜ ਨੇ ਤੁਕਾਂ ਕੱਲੀਆਂ ਗਾ ਕੇ ਥੋੜਾ ਸੁਣਾਈਆਂ ਲੋਕਾਂ ਨੂੰ, ਸਭ ਮੈਂ ਜੋਤ